ਤੁਸੀਂ ਸੁਣ ਰਹੇ ਹੋ ਡਾਕਟਰ ਪੂਰਨ ਸਿੰਘ ਕੈਨੇਡਾ ਵਾਲਿਆਂ ਦੀ ਪੁਸਤਕ ਮਾਸ ਖਾਣ ਜਾਂ ਨਾ ਖਾਣ ਬਾਰੇ ਮਨੌਤਾਂ ਤੇ ਵਹਿਮ। 11ਵੇਂ ਭਾਗ ਵਿੱਚ ਸੁਣੋ ਮਾਸ ਖਾਣਾ ਅਤੇ ਰਹਿਤ ਮਰਜ਼ਾਦਾ। ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖਾਂ ਅੰਦਰ ਮਾਸ ਖਾਣਾ ਜਾਂ ਨਹੀਂ ਖਾਣਾ ਇੱਕ ਬੇਲੋੜਾ ਚਰਚਿਤ ਵਿਸ਼ਾ ਬਣ ਚੁੱਕਾ ਹੈ। ਆਮ ਤੌਰ ਉੱਤੇ ਪੁੱਛਿਆ ਜਾਂਦਾ ਹੈ ਕਿ ਕੀ ਸਿੱਖਾਂ ਨੂੰ ਮਾਸ ਖਾਣ ਦੀ ਆਗਿਆ ਹੈ। ਅਸੀਂ ਇਸ ਸਵਾਲ ਦਾ ਉੱਤਰ ਹਾਂ ਜਾਂ ਨਹੀਂ ਵਿੱਚ ਜਾਣਨਾ ਚਾਹੁੰਦੇ ਹਾਂ। ਜਿੰਨਾ ਚਿਰ ਤੱਕ ਇਸ ਦੇ ਉੱਤਰ ਹਾਂ ਜਾਂ ਨਾ ਦਾ ਠੀਕ ਤਰ੍ਹਾਂ ਵਿਸ਼ਲੇਸ਼ਣ ਨਹੀਂ ਹੁੰਦਾ ਤਾਂ ਸਮੱਸਿਆ ਬਣੀ ਰਹੇਗੀ। ਹੁਣ ਉਪਰੋਕਤ ਸਵਾਲ ਦੇ ਉੱਤਰ ਹਾਂ ਜਾਂ ਨਾ ਦਾ ਗੁਰਬਾਣੀ ਦੀ ਰੌਸ਼ਨੀ ਵਿੱਚ ਮੁਲਾਂਕਣ ਕਰਨ ਦਾ ਯਤਨ ਕਰਾਂਗੇ। ਰਹਿਤ ਮਰਜ਼ਾਦਾ ਅੰਦਰ ਮਾਸ ਬਾਰੇ ਹਦਾਇਤਾਂ। ਸਿੱਖ ਰਹਿਤ ਮਰਜ਼ਾਦਾ ਅੰਦਰ ਅੰਕਿਤ ਹੈ ਕਿ ਸਿੱਖ ਲਈ ਕੁੱਠਾ ਮਾਸ ਖਾਣ ਦੀ ਮਨਾਹੀ ਹੈ। ਕੁੱਠਾ ਬਾਰੇ ਇਹ ਵਿਆਖਿਆ ਕੀਤੀ ਹੋਈ ਹੈ ਕਿ ਕੁੱਠਾ ਮੁਸਲਮਾਨੀ ਤਰੀਕੇ ਨਾਲ ਤਿਆਰ ਕੀਤਾ ਹੋਇਆ ਮਾਸ ਹੈ। ਰਹਿਤ ਮਰਜ਼ਾਦਾ ਅੰਦਰ ਮਾਸ ਖਾਣ ਜਾਂ ਨਾ ਖਾਣ ਬਾਰੇ ਕੋਈ ਵਿਸ਼ੇਸ਼ ਹਦਾਇਤ ਨਹੀਂ ਹੈ, ਪਰ ਮੰਦਭਾਗੀ ਮਾਸ ਖਾਣ ਜਾਂ ਮਾਸ ਨਾ ਖਾਣ ਬਾਰੇ ਬਹੁਤ ਦੇ ਬੇਲੋੜੀ ਚਰਚਾ ਕੀਤੀ ਜਾਂਦੀ ਹੈ। ਕੁਝ ਸਿੱਖ ਸਮਝਦੇ ਹਨ ਕਿ ਜਦੋਂ ਲਿਖਿਆ ਹੋਇਆ ਹੈ ਕਿ ਕੁੱਠਾ ਮਾਸ ਨਹੀਂ ਖਾਣਾ ਤਾਂ ਸਪਸ਼ਟ ਹੈ ਕਿ ਸਿੱਖਾਂ ਲਈ ਮਾਸ ਖਾਣ ਦੀ ਖੁੱਲ੍ਹ ਹੈ। ਉਹਨਾਂ ਦੇ ਅਨੁਸਾਰ ਹਰ ਤਰ੍ਹਾਂ ਦੇ ਮਾਸ ਖਾਣ ਦੀ ਖੁੱਲ੍ਹ ਹੈ, ਜੇਕਰ ਉਹ ਕੁੱਠਾ ਨਾ ਹੋਵੇ। ਦੂਜੇ ਪਾਸੇ ਕੁਝ ਸਿੱਖ ਉਪਰੋਕਤ ਵਿਆਖਿਆ ਨਾਲ ਸਹਿਮਤ ਨਹੀਂ ਹਨ। ਉਹਨਾਂ ਅਨੁਸਾਰ ਕੁੱਠਾ ਦਾ ਅਰਥ ਮ੍ਰਿਤਕ ਜਾਨਵਰ ਹੈ ਅਤੇ ਇਸ ਲਈ ਉਹ ਹਰ ਪ੍ਰਕਾਰ ਦੇ ਮਾਸ ਖਾਣ ਦੇ ਵਿਰੋਧੀ ਹਨ। ਉਹ ਸਮਝਦੇ ਹਨ ਕਿ ਕੁੱਠਾ ਅਤੇ ਝਟਕਾ ਕਰਨ ਨਾਲ ਜੀਵ ਹੱਤਿਆ ਹੁੰਦੀ ਹੈ ਅਤੇ ਹੱਤਿਆ ਕਰਨਾ ਪਾਪ ਹੈ। ਇਸ ਲਈ ਉਹ ਸੋਚਦੇ ਹਨ ਕਿ ਸਭ ਤਰ੍ਹਾਂ ਦੇ ਮਾਸ ਖਾਣ ਦੀ ਸਿੱਖਾਂ ਨੂੰ ਮਨਾਹੀ ਹੈ। ਕੁਝ ਸਿੱਖ ਵੱਖਰੀ ਸੋਚ ਰੱਖਦੇ ਹਨ। ਉਹ ਆਖਦੇ ਹਨ ਕਿ ਸ਼ਾਕਾਹਾਰੀ ਹੋਣਾ ਵੈਸ਼ਨਵ ਧਰਮ ਹਿੰਦੂ ਧਰਮ ਦੀ ਸੰਪਰਦਾ ਦਾ ਸਿਧਾਂਤ ਹੈ। ਜੇਕਰ ਸਿੱਖਾਂ ਨੇ ਆਪਣੇ ਆਪ ਨੂੰ ਵਿਲੱਖਣ ਸਮਝਣਾ ਹੈ ਤਾਂ ਵੈਸ਼ਨਵ ਧਰਮ ਦੀ ਰਹੁ ਰੀਤ ਤੋਂ ਲਾਂਭੇ ਹੋਣ ਲਈ ਝਟਕਾ ਮਾਸ ਜ਼ਰੂਰੀ ਖਾਣਾ ਚਾਹੀਦਾ ਹੈ। ਮਾਸ ਸੰਬੰਧੀ ਅਨੇਕਾਂ ਪੁਸਤਕਾਂ ਅਤੇ ਲੇਖ ਲਿਖੇ ਹੋਏ ਮਿਲਦੇ ਹਨ, ਜਿਨ੍ਹਾਂ ਵਿੱਚ ਮਾਸ ਖਾਣ ਅਤੇ ਮਾਸ ਨਾ ਖਾਣ ਵਾਲਿਆਂ ਵੱਲੋਂ ਆਪਣੇ ਆਪਣੇ ਪੱਖ ਵਿੱਚ ਰਾਵਾਂ ਲਿਖੀਆਂ ਹੋਈਆਂ ਹਨ। ਦੋਨਾਂ ਵੱਲੋਂ ਆਪਣੇ ਵਿਚਾਰਾਂ ਨੂੰ ਠੀਕ ਦੱਸਣ ਲਈ ਗੁਰਬਾਣੀ ਨੂੰ ਆਧਾਰ ਬਣਾਇਆ ਗਿਆ ਹੈ। ਇਸ ਵਿਸ਼ੇ ਦੇ ਸੰਬੰਧ ਵਿੱਚ ਗੁਰਬਾਣੀ ਦੀ ਵਿਆਖਿਆ ਕਰਨ 'ਤੇ ਵੀ ਸਿੱਖ ਵੰਡੇ ਹੋਏ ਹਨ। ਮਾਸ ਖਾਣ ਜਾਂ ਨਾ ਖਾਣ ਵਾਲਿਆਂ ਨੇ ਆਪਣੀ ਆਪਣੀ ਸੋਚ ਅਨੁਸਾਰ ਗੁਰਬਾਣੀ ਦੀਆਂ ਤੁਕਾਂ ਦਾ ਪ੍ਰਯੋਗ ਕੀਤਾ ਹੈ ਅਤੇ ਆਪਣੇ ਆਪ ਨੂੰ ਸਹੀ ਸਿੱਧ ਕਰਨ ਦਾ ਯਤਨ ਕੀਤਾ ਗਿਆ ਹੈ। ਦੁਖਾਂਤ ਇਹ ਵੀ ਹੈ ਕਿ ਕੁਝ ਵਿਅਕਤੀਆਂ ਵੱਲੋਂ ਗੁਰਬਾਣੀ ਦੇ ਭਾਵ ਅਰਥਾਂ ਦੀ ਥਾਂ ਅੱਖਰੀ ਅਰਥ ਕੀਤੇ ਗਏ ਹਨ। ਇਸ ਲੇਖ ਵਿੱਚ ਯਤਨ ਕੀਤਾ ਜਾਵੇਗਾ ਕਿ ਗੁਰਬਾਣੀ ਸ਼ਬਦਾਂ ਦੇ ਭਾਵ ਅਰਥਾਂ ਨੂੰ ਆਧਾਰ ਬਣਾ ਕੇ ਗੁਰਮਤਿ ਸਿਧਾਂਤਾਂ ਦੀ ਵਿਸਥਾਰ ਵਿੱਚ ਸਪਸ਼ਟ ਵਿਆਖਿਆ ਕੀਤੀ ਜਾਵੇ। ਅੱਖਰੀ ਅਰਥ ਭੁਲੇਖਾ ਪਾਊ ਹੋ ਸਕਦੇ ਹਨ। ਜਦੋਂ ਅਸੀਂ ਗੁਰਬਾਣੀ ਦੇ ਅੱਖਰੀ ਅਰਥਾਂ ਤੱਕ ਸੀਮਤ ਹੋ ਕੇ ਇਹ ਜਾਣਨ ਦਾ ਯਤਨ ਨਹੀਂ ਕਰਦੇ ਕਿ ਗੁਰਬਾਣੀ ਦੀਆਂ ਪੰਕਤੀਆਂ ਕਿਸ ਸੰਦਰਭ ਜਾਂ ਵਿਸ਼ੇ ਦੀ ਵਿਆਖਿਆ ਪ੍ਰਤੀ ਉਚਾਰਨ ਕੀਤੀਆਂ ਹੋਈਆਂ ਹਨ। ਉਦਾਹਰਨ ਨੰਬਰ 1, ਤੈਂ ਸਾਹਿਬ ਕੀ ਬਾਤ ਜੇ ਆਖੈ ਕਹੋ ਨਾਨਕ ਕਿਆ ਦੀਜੈ, ਸੀਸ ਵੱਡੇ ਕਰ ਬੈਸਣ ਦੀਜੈ, ਵਿਣ ਸਿਰ ਸੇਵ ਕਰੀਜੈ। ਪੰਨਾ ਨੰਬਰ 558 ਸ੍ਰੀ ਗੁਰੂ ਗ੍ਰੰਥ ਸਾਹਿਬ। ਅੱਖਰੀ ਅਰਥ ਹਨ ਕਿ ਜੇਕਰ ਕੋਈ ਤੁਹਾਨੂੰ ਅਕਾਲ ਪੁਰਖ ਦੀ ਮਹਿਮਾ ਜਾਂ ਉਪਮਾ ਕਰੇ ਤਾਂ ਤੁਸੀਂ ਸਿਰ ਕੱਟ ਕੇ ਉਸ ਦੇ ਅੱਗੇ ਰੱਖ ਕੇ ਉਸ ਨੂੰ ਉਸ ਉੱਤੇ ਬਿਠਾਓ ਤੇ ਬਿਨਾਂ ਸੀਸ ਉਸ ਦੀ ਸੇਵਾ ਕਰੋ। ਉਦਾਹਰਨ ਨੰਬਰ 2, ਜਲ ਕੇ ਮੱਜਨ ਜੇ ਗਤ ਹੋਵੈ, ਨਿਤ ਨਿਤ ਮੈਂਡੁਕ ਨਾਵੈ, ਜੈਸੇ ਮੈਂਡੁਕ ਤੈਸੇ ਉਹ ਨਰ, ਫਿਰ ਫਿਰ ਜੋਨੀ ਆਵੈ। ਪੰਨਾ ਨੰਬਰ 484 ਸ੍ਰੀ ਗੁਰੂ ਗ੍ਰੰਥ ਸਾਹਿਬ। ਜੇ ਪਾਣੀ ਵਿੱਚ ਇਸ਼ਨਾਨ ਕਰਨ ਨਾਲ ਮੁਕਤੀ ਹੁੰਦੀ ਹੋਵੇ ਤਾਂ ਡੱਡੂ ਸਦਾ ਪਾਣੀ ਵਿੱਚ ਹੀ ਰਹਿੰਦਾ ਹੈ। ਜੇਕਰ ਮਨੁੱਖ ਵੀ ਵਾਰ-ਵਾਰ ਇਸ਼ਨਾਨ ਕਰਦਾ ਹੈ ਉਹ ਜਨਮ ਮਰਨ ਦੇ ਚੱਕਰ ਵਿੱਚ ਰਹੇਗਾ। ਉਦਾਹਰਨ ਨੰਬਰ 3, ਗਾਵੇਂ ਖਾਣੀ ਚਾਰੇ। ਇਹ ਚਾਰ ਖਾਣੀਆਂ ਜਿਸ ਤੋਂ ਜੀਵਾਂ ਦੀ ਉਪਜ ਮੰਨੀ ਜਾਂਦੀ ਹੈ ਰੱਬ ਦੀ ਸਿਫਤ ਕਰਦੀਆਂ ਹਨ। ਕੇਤੀਆ ਖਾਣੀ ਕੇਤੀਆ ਬਾਣੀ। ਅਸਲ ਤੱਤ ਇਹ ਹੈ
ਕਿ ਖਾਣੀਆਂ ਤੇ ਬਾਣੀਆਂ ਦੀ ਗਿਣਤੀ ਹੋ ਨਹੀਂ ਸਕਦੀ। ਸਪਸ਼ਟ ਹੈ ਕਿ ਉਪਰੋਕਤ ਦਿੱਤੀਆਂ ਪੰਕਤੀਆਂ ਦੇ ਅੱਖਰੀ ਅਰਥ ਕਰਨ ਨਾਲ ਕੋਈ ਸਮਝ ਵਿੱਚ ਨਹੀਂ ਆਵੇਗਾ, ਸਗੋਂ ਅੱਖਰੀ ਅਰਥਾਂ ਤੱਕ ਸੀਮਿਤ ਹੋਣ ਨਾਲ ਉਪਦੇਸ਼ ਵੀ ਸਹੀ ਨਹੀਂ ਪਤਾ ਲੱਗ ਸਕੇਗਾ ਅਤੇ ਗੁਰਮਤਿ ਅਨੁਸਾਰ ਢੁਕਵਾਂ ਨਹੀਂ ਹੋਵੇਗਾ। ਪਰ ਜੇਕਰ ਅਸੀਂ ਸ਼ਬਦਾਂ ਅਤੇ ਮੁਹਾਵਰਿਆਂ ਨੂੰ ਸ਼ਬਦ ਦੇ ਭਾਵ ਅਰਥਾਂ ਦੁਆਰਾ ਸਮਝਣ ਦਾ ਯਤਨ ਕਰਾਂਗੇ ਤਾਂ ਕੋਈ ਸਮੱਸਿਆ ਨਹੀਂ ਹੋਵੇਗੀ। ਉੱਪਰ ਦਿੱਤੀਆਂ ਗੁਰਬਾਣੀ ਪੰਕਤੀਆਂ ਅੰਦਰ ਸਿਧਾਂਤ ਸਪਸ਼ਟ ਹਨ ਅਤੇ ਅਸੀਂ ਸਹਿਮਤ ਵੀ ਹੋਵਾਂਗੇ, ਪਰ ਇਹ ਵੀ ਜ਼ਰੂਰੀ ਹੈ ਕਿ ਅਸੀਂ ਅੱਖਰੀ ਅਰਥਾਂ ਤੱਕ ਸੀਮਿਤ ਨਾ ਹੋਈਏ। ਨੰਬਰ 1, ਪਹਿਲੀਆਂ ਪੰਕਤੀਆਂ ਅੰਦਰ ਉਪਦੇਸ਼ ਹੈ ਕਿ ਸਿੱਖ ਨੂੰ ਰੱਬੀ ਗੁਣਾਂ ਦੇ ਧਾਰਨੀਆਂ ਦਾ ਵੱਧ ਤੋਂ ਵੱਧ ਸਤਿਕਾਰ ਕਰਨਾ ਚਾਹੀਦਾ ਹੈ। ਇਹ ਅਰਥ ਬਣਦੇ ਹੀ ਨਹੀਂ ਕਿ ਸਿੱਖ ਪਹਿਲਾਂ ਆਪਣਾ ਸਿਰ ਕੱਟ ਦੇਵੇ। ਇਹ ਸਿਰਫ ਵੱਧ ਆਦਰ ਸਤਿਕਾਰ ਦੀ ਭਾਵਨਾ ਨੂੰ ਪ੍ਰਗਟਾਉਣ ਲਈ ਮੁਹਾਵਰਾ ਹੈ। ਇਸੇ ਤਰ੍ਹਾਂ ਹੀ ਪੰਜਾਬੀ ਵਿੱਚ ਹੋਰ ਮੁਹਾਵਰੇ ਜਾਂ ਅਖਾਣ ਹਨ, ਜਿਵੇਂ ਕਿਸੇ ਦੇ ਸਤਿਕਾਰ ਲਈ ਅੱਖਾਂ ਦੀਆਂ ਪਲਕਾਂ ਵਿਛਾ ਦੇਣੀਆਂ ਆਦਿ। ਨੰਬਰ 2, ਦੂਜੀਆਂ ਪੰਕਤੀਆਂ ਵਿੱਚ ਇਹ ਅਰਥ ਨਹੀਂ ਬਣਦੇ ਕਿ ਮਨੁੱਖ ਦਾ ਤੀਰਥਾਂ 'ਤੇ ਵੱਧ ਇਸ਼ਨਾਨ ਕਰਨ ਨਾਲ ਉਸ ਨੂੰ ਵਾਰ-ਵਾਰ ਜਨਮ ਧਾਰਨ ਪਵੇਗਾ। ਅਸਲ ਤੌਰ 'ਤੇ ਇਹ ਸ਼ਬਦ ਦੇ ਅੰਦਰ ਗੁਰਮਤਿ ਦਾ ਉਪਦੇਸ਼ ਹੈ ਕਿ ਸਰੀਰ ਇਸ਼ਨਾਨ ਕਰਨ ਨਾਲ ਕੋਈ ਅਧਿਆਤਮਿਕ ਪ੍ਰਾਪਤੀ ਨਹੀਂ ਹੁੰਦੀ। ਜੋ ਲੋਕ ਵਿਸ਼ਵਾਸ ਕਰਦੇ ਹਨ ਕਿ ਤੀਰਥਾਂ ਸਰੋਵਰਾਂ ਵਿੱਚ ਇਸ਼ਨਾਨ ਕਰਨ ਨਾਲ ਪਾਪ ਧੋਤੇ ਜਾਂਦੇ ਹਨ, ਉਹ ਅਗਿਆਨਤਾ ਦੇ ਹਨੇਰੇ ਵਿੱਚ ਭਟਕਦੇ ਹਨ ਅਤੇ ਜੀਵਨ ਦੇ ਵਿੱਚ ਹੀ ਵੱਖ-ਵੱਖ ਬਿਰਤੀਆਂ ਅਪਣਾ ਲੈਂਦੇ ਹਨ। ਨੰਬਰ 3, ਤੀਜੇ ਪ੍ਰਮਾਣ ਵਿੱਚ ਜੋ ਦੱਸਿਆ ਗਿਆ ਹੈ ਕਿ 4 ਹੀ ਖਾਣੀਆਂ ਹਨ, ਪਰ ਗੁਰੂ ਨਾਨਕ ਸਾਹਿਬ ਜੀ ਦੀ ਇਹ ਭਾਵਨਾ ਨਹੀਂ ਕਿ ਚਾਰੇ ਖਾਣੀਆਂ ਰੱਬ ਦੀ ਉਸਤਤ ਕਰਦੀਆਂ ਹਨ ਅਤੇ ਇਹ ਉਹਨਾਂ ਕਦੀ ਪ੍ਰਵਾਨ ਨਹੀਂ ਕੀਤਾ ਕਿ ਸੰਸਾਰ ਦੀ ਉਤਪਤੀ ਇਹਨਾਂ 4 ਖਾਣੀਆਂ ਤੋਂ ਹੁੰਦੀ ਹੈ। ਇਸ ਬਾਰੇ ਜਪ ਬਾਣੀ ਦੀ ਪੌੜੀ ਨੰਬਰ 35 ਅੰਦਰ ਸਪਸ਼ਟ ਕੀਤਾ ਹੈ ਕਿ ਖਾਣੀਆਂ ਅਤੇ ਬਾਣੀਆਂ ਬੇਅੰਤ ਹਨ। ਗੁਰੂ ਸਾਹਿਬ ਨੇ ਪੁਰਾਤਨ ਹਿੰਦੂ ਮਿਥਿਹਾਸ ਦੀ ਕਹਾਵਤ ਜਾਂ ਸੋਚ ਦਾ ਪ੍ਰਯੋਗ ਕੀਤਾ ਹੈ ਅਤੇ ਉਹ ਸਾਰੇ ਜੀਵਾਂ ਨੂੰ 4 ਖਾਣੀਆਂ ਵਿੱਚ ਵੰਡਦੇ ਹਨ। ਮਾਸ ਖਾਣਾ ਕੀ ਹੈ? ਗੁਰੂ ਨਾਨਕ ਸਾਹਿਬ ਜੀ ਨੇ ਮਾਸ ਖਾਣ ਦੀ ਇੱਕ ਵਿਲੱਖਣ ਹੀ ਪਰਿਭਾਸ਼ਾ ਦਿੱਤੀ ਹੈ। ਉਹ ਆਖਦੇ ਹਨ ਕਿ ਕਿਸੇ ਦੂਸਰੇ ਦਾ ਹੱਕ ਜਾਂ ਅਧਿਕਾਰ ਖੋਹਣੇ ਬਹੁਤ ਵੱਡਾ ਪਾਪ ਹੈ, ਕਿਉਂਕਿ ਇਹ ਇਉਂ ਹੈ ਜਿਵੇਂ ਮਨੁੱਖਾਂ ਦਾ ਖੂਨ ਚੂਸਣਾ ਹੈ। ਹੱਕ ਪਰਾਇਆ ਨਾਨਕਾ, ਉਸ ਸੂਅਰ ਉਸ ਗਾਏ। ਪੰਨਾ ਨੰਬਰ 148 ਗੁਰੂ ਗ੍ਰੰਥ ਸਾਹਿਬ ਜੀ। ਕੋਈ ਵਿਅਕਤੀ ਜਦੋਂ ਕਿਸੇ ਦੂਸਰੇ ਦਾ ਹੱਕ ਮਾਰਦਾ ਜਾਂ ਖੋਹਦਾ ਹੈ ਤਾਂ ਮਹਾਪਾਪ ਹੈ। ਇਹ ਇੱਕ ਮੁਸਲਮਾਨ ਦੇ ਸੂਰ ਖਾਣ ਅਤੇ ਹਿੰਦੂ ਵੱਲੋਂ ਗਊ ਮਾਸ ਖਾਣ ਦੇ ਬਰਾਬਰ ਹੈ। ਜੇ ਰਤ ਲੱਗੇ ਕੱਪੜੈ ਜਾਮਾ ਹੋਏ ਪਲੀਤ, ਜੋ ਰਤ ਪੀਵੈ ਮਾਨਸਾਂ ਤਿੰਨ ਕਿਉਂ ਨਿਰਮਲ ਚੀਤ। ਗੁਰੂ ਗ੍ਰੰਥ ਸਾਹਿਬ ਪੰਨਾ 140। ਜੇਕਰ ਕਿਸੇ ਕੱਪੜੇ ਨੂੰ ਖੂਨ ਲੱਗ ਜਾਵੇ ਤਾਂ ਉਸ ਨੂੰ ਪਿੱਟਿਆ ਗਿਆ ਸਮਝਿਆ ਜਾਂਦਾ ਹੈ, ਤਾਂ ਫਿਰ ਉਹ ਲੋਕ ਜੋ ਮਨੁੱਖਾਂ ਦਾ ਖੂਨ ਚੂਸਦੇ ਹਨ, ਉਹਨਾਂ ਦਾ ਮਨ ਕਿਵੇਂ ਸਾਫ਼ ਹੋ ਸਕਦਾ ਹੈ? ਇਸ ਦਾ ਇਹ ਵੀ ਭਾਵ ਨਹੀਂ ਕਿ ਜੋ ਲੋਕ ਬੇਈਮਾਨੀ ਦੁਆਰਾ ਕਮਾਈ ਕਰਦੇ ਹਨ, ਉਹ ਸੱਚੀ ਮੁੱਚੀ ਲੋਕਾਂ ਦਾ ਖੂਨ ਪੀਂਦੇ ਹਨ। ਕੂੜ ਬੋਲ ਮੁਰਦਾਰ ਖਾਏ। ਝੂਠ ਬੋਲਣਾ ਜਾਂ ਧੋਖਾ ਦੇਣਾ ਜਾਂ ਦੂਸਰਿਆਂ ਦਾ ਹੱਕ ਮਾਰਨਾ ਮੁਰਦਾ ਖਾਣ ਦੇ ਬਰਾਬਰ ਹੈ। ਗੁਰਬਾਣੀ ਦਾ ਉਪਦੇਸ਼ ਹੈ ਕਿ ਦੂਜਿਆਂ ਦੇ ਹੱਕ ਮਾਰਨੇ ਦੂਜਿਆਂ ਦਾ ਖੂਨ ਚੂਸਣਾ ਹੈ। ਗੁਰਮਤਿ ਵਿੱਚ ਇਹੀ ਮਾਸ ਖਾਣਾ ਹੈ। ਇਸ ਲਈ ਦੂਜਿਆਂ ਦੇ ਹੱਕ ਮਾਰਨੇ ਜਾਂ ਹੱਕ ਖੋਹਣੇ ਮਹਾਪਾਪ ਹੈ ਅਤੇ ਬੁਰਾ ਕਰਮ ਹੈ। ਦੂਜੇ ਸ਼ਬਦਾਂ ਦੁਆਰਾ ਵੀ ਉਪਰੋਕਤ ਵਿਚਾਰਾਂ ਦੀ ਪ੍ਰੋੜਤਾ ਹੁੰਦੀ ਹੈ ਕਿ ਕਮਜ਼ੋਰ ਜਾਂ ਬੇਸਹਾਰਾ ਲੋਕਾਂ ਦੇ ਪਖੰਡੀ ਧਾਰਮਿਕ ਲੋਕਾਂ ਜਾਂ ਰਾਜਨੀਤਿਕ ਲੋਕਾਂ ਵੱਲੋਂ ਹੱਕ ਖੋਹਣੇ ਇੱਕ ਅਪਵਿੱਤਰ ਅਤੇ ਮਾੜਾ ਕਰਮ ਹੈ, ਜਿਸ ਦੀ ਗਵਾਹੀ ਇਸ ਗੁਰਬਾਣੀ ਪੰਕਤੀ ਅੰਦਰ ਮਿਲਦੀ ਹੈ। ਮਾਨਸ ਖਾਣੇ ਕਰੇ ਨਿਵਾਜ਼, ਛੁਰੀ ਵਗਾਇਨ ਤਿੰਨ ਗਲ ਤਾਗ। ਪੰਨਾ ਨੰਬਰ 471 ਗੁਰੂ ਗ੍ਰੰਥ ਸਾਹਿਬ ਜੀ। ਇਸ ਦੇ ਆਖਰੀ ਤੇ ਸਿੱਧੇ ਸ਼ਬਦ ਹਨ ਕਿ ਮੁੱਲਾ ਉਂਝ ਤਾਂ ਧਾਰਮਿਕ ਕਰਮ ਜਿਵੇਂ ਨਮਾਜ਼ ਪੜ੍ਹਦਾ ਹੈ, ਦੂਜੇ ਪਾਸੇ ਮਨੁੱਖਾਂ ਦਾ ਮਾਸ ਖਾਂਦਾ ਹੈ। ਉਸੇ ਤਰ੍ਹਾਂ ਹੀ ਧਾਰਮਿਕ ਬ੍ਰਾਹਮਣ ਚਿੰਨ੍ਹ ਜਨੇਊ ਪਹਿਨ ਕੇ ਆਪਣੇ ਆਪ ਨੂੰ ਧਾਰਮਿਕ ਹੋਣ ਦਾ ਦਾਅਵਾ ਕਰਦਾ ਹੈ, ਪਰ ਲੋਕਾਂ ਦਾ ਖੂਨ ਕੱਢਣ ਲਈ ਚਾਕੂ ਦਾ ਪ੍ਰਯੋਗ ਕਰਦਾ ਹੈ। ਇੱਥੇ ਨਾ ਤਾਂ ਮੁੱਲਾ ਮਨੁੱਖ ਨੂੰ ਖਾਂਦਾ ਹੈ ਤੇ ਨਾ ਹੀ ਬ੍ਰਾਹਮਣ ਛੁਰਾ ਫੜ ਕੇ ਬੰਦਿਆਂ ਨੂੰ ਵੱਢਣ ਲਈ ਮਗਰ ਪੈਂਦਾ ਹੈ। ਇਹ ਸ਼ਬਦ ਮਾਨਸ ਖਾਣੇ ਅਤੇ ਛੁਰੀ ਨੂੰ
ਕਮਜ਼ੋਰ ਵਰਗ ਦੇ ਲੋਕਾਂ ਦੇ ਹੱਕ ਖੋਹਣ ਵਾਲਿਆਂ ਪ੍ਰਤੀ ਅਖਾਣਾਂ ਦੇ ਤੌਰ 'ਤੇ ਵਰਤਿਆ ਗਿਆ ਹੈ। ਗੁਰੂ ਸਾਹਿਬ ਵੱਲੋਂ ਭੇਖੀ ਤੇ ਧਰਮ ਕੱਟੜਤਾ ਦਿਖਾਉਣ ਵਾਲੇ ਪਖੰਡੀ ਲੋਕਾਂ ਪ੍ਰਤੀ ਸਖਤ ਸ਼ਬਦ ਵਰਤੇ ਗਏ ਹਨ, ਕਿਉਂਕਿ ਉਹ ਧਾਰਮਿਕ ਰਸਮਾਂ ਦੁਆਰਾ ਆਪਣੇ ਪੈਰੋਕਾਰਾਂ ਵਿੱਚ ਆਪਣੇ ਆਪ ਨੂੰ ਧਾਰਮਿਕ ਹਸਤੀ ਹੋਣ ਦਾ ਪਖੰਡ ਕਰਦੇ ਹਨ, ਪਰ ਅਸਲੀਅਤ ਇਹ ਹੈ ਕਿ ਉਹ ਧਾਰਮਿਕ ਨਹੀਂ ਹਨ। ਅਜਿਹੇ ਲੋਕ ਵੱਡੇ ਪਾਪੀ ਹਨ, ਕਿਉਂਕਿ ਉਹ ਲੋਕਾਂ ਪਾਸੋਂ ਦਾਨ ਲੈਂਦੇ ਹਨ ਅਤੇ ਉਹਨਾਂ ਨੂੰ ਝੂਠਾ ਵਿਸ਼ਵਾਸ ਦਿਵਾਉਂਦੇ ਹਨ ਕਿ ਇਸ ਦਾਨ ਨਾਲ ਮਰਨ ਉਪਰੰਤ ਸਵਰਗਾਂ ਦੇ ਵਾਸੀ ਬਣਨਗੇ। ਗੁਰੂ ਨਾਨਕ ਸਾਹਿਬ ਆਖਦੇ ਹਨ ਕਿ ਲੋਕਾਈ ਪਾਸੋਂ ਦਾਨ ਲੈਣਾ ਵੀ ਮਾਣਸ ਖਾਣ ਦੇ ਬਰਾਬਰ ਹਨ। ਇੱਕ ਹੋਰ ਸ਼ਬਦ ਅੰਦਰ ਗੁਰੂ ਸਾਹਿਬ ਉਹੋ ਜਿਹਾ ਹੀ ਉਪਦੇਸ਼ ਦੁਹਰਾ ਰਹੇ ਹਨ ਕਿ ਤਿੰਨਾਂ ਧਰਮਾਂ ਦੇ ਮੁੱਖ ਕਾਜ਼ੀ ਬ੍ਰਾਹਮਣ ਤੇ ਜੋਗੀ ਕਿਵੇਂ ਸਮਾਜ ਦੀ ਲੁੱਟ ਖਸੁੱਟ ਕਰਦੇ ਹਨ। ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੇ ਜੀਆਂ ਕਾਏ, ਜੋਗੀ ਜੁਗਤ ਨਾ ਜਾਣੇ ਅੰਧ, ਤੀਨੇ ਉਜਾੜੇ ਕਾ ਬੰਧ। ਪੰਨਾ ਨੰਬਰ 662 ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਸਾਹਿਬ ਨੇ ਜ਼ਾਲਮ ਰਾਜਿਆਂ ਦੇ ਜ਼ੁਲਮ ਦੇ ਖਿਲਾਫ ਵੀ ਆਵਾਜ਼ ਬੁਲੰਦ ਕੀਤੀ ਅਤੇ ਉਹਨਾਂ ਨੂੰ ਗਰੀਬ ਤੇ ਨਿਤਾਣੇ ਲੋਕਾਂ ਦਾ ਖੂਨ ਪੀਣ ਵਾਲੇ ਜਾਨਵਰ ਆਖਿਆ, ਕਿਉਂਕਿ ਉਹ ਲੋਕਾਈ ਦੇ ਹੱਕਾਂ ਨੂੰ ਖੋਹ ਰਹੇ ਸਨ। ਰਾਜੇ ਸ਼ੀਂਹ ਮੁਕੱਦਮ ਕੁੱਤੇ। ਗੁਰੂ ਗ੍ਰੰਥ ਸਾਹਿਬ ਪੰਨਾ 1288। ਇਸ ਗੁਰਬਾਣੀ ਪੰਕਤੀ ਰਾਹੀਂ ਗੁਰਮਤ ਦੇ ਸਿਧਾਂਤ ਪ੍ਰਤੀ ਸਪਸ਼ਟਤਾ ਹੁੰਦੀ ਹੈ ਕਿ ਕਿਸੇ ਦੂਜੇ ਦੇ ਹੱਕ ਖੋਹਣੇ ਇੱਕ ਬੁਰਾ ਕਰਮ ਹੈ ਅਤੇ ਇਹ ਮਾਂਸ ਖਾਣ ਦੇ ਸਮਾਨ ਹੈ। ਇਹ ਮਾਸ ਖਾਣਾ ਜਾਂ ਇਸ ਤਰ੍ਹਾਂ ਦੇ ਮਾਸ ਦੀ ਹਰ ਸਿੱਖ ਨੂੰ ਮਨਾਹੀ ਹੈ। ਇਸ ਬਾਰੇ ਸਪਸ਼ਟ ਹੋਣਾ ਚਾਹੀਦਾ ਹੈ ਕਿ ਸਿੱਖ ਨੇ ਅਣਮਨੁੱਖਾ ਕਰਮ ਨਹੀਂ ਕਰਨਾ, ਗਰੀਬ, ਨਿਤਾਣੇ ਅਤੇ ਲੋਕਾਈ ਦੇ ਕਿਸੇ ਵਰਗ ਨਾਲ ਧੱਕਾ ਨਹੀਂ ਕਰਨਾ ਅਤੇ ਨਾ ਹੀ ਕਿਸੇ ਦੇ ਅਧਿਕਾਰਾਂ ਨੂੰ ਖੋਹਣਾ ਹੈ। ਅਜਿਹੇ ਮਾਸ ਖਾਣ ਜਾਂ ਮਾਂਸ ਖਾਣੇ ਦੇ ਸੰਬੰਧ ਵਿੱਚ ਅਸੀਂ ਬਹੁਤ ਘੱਟ ਵਿਚਾਰ ਕਰਦੇ ਹਾਂ। ਅਸੀਂ ਵੇਖਦੇ ਹਾਂ ਕਿ ਅਜੋਕੇ ਸਮੇਂ ਬਹੁਤ ਘੱਟ ਜਥੇਬੰਦੀਆਂ ਹਨ ਜੋ ਅਜਿਹੇ ਮਾਂਸ ਖਾਣੇ ਵਰਤਾਰੇ ਨੂੰ ਰੋਕਣ ਲਈ ਲਹਿਰ ਚਲਾਉਣ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਸੰਘਰਸ਼ ਕਰਨ ਅਤੇ ਗਰੀਬ ਲੋਕਾਂ ਦੀ ਰਾਖੀ ਲਈ ਸੀਸ ਤਲੀ 'ਤੇ ਰੱਖਣ। ਭਾਈ ਲਾਲੋ ਅਤੇ ਮਲਕ ਭਾਗੋ ਦੀ ਸਾਖੀ ਅੰਦਰ ਗੁਰੂ ਨਾਨਕ ਸਾਹਿਬ ਜੀ ਦੀ ਮਹਾਨਤਾ ਪ੍ਰਗਟ ਹੁੰਦੀ ਹੈ ਕਿ ਉਹਨਾਂ ਨੇ ਮਲਕ ਭਾਗੋ ਦੀ ਰੋਟੀ ਵਿੱਚੋਂ ਖੂਨ ਕੱਢਿਆ ਅਤੇ ਕਿਰਤੀ ਭਾਈ ਲਾਲੋ ਦੀ ਰੋਟੀ ਵਿੱਚੋਂ ਦੁੱਧ। ਅਤੇ ਇਸ ਸਾਖੀ ਦਾ ਮੁੱਖ ਮਨੋਰਥ ਇਹੀ ਹੈ ਕਿ ਭਾਈ ਲਾਲੋ ਇੱਕ ਇਮਾਨਦਾਰ ਕਿਰਤੀ ਇਨਸਾਨ ਸੀ ਤੇ ਦੂਜੇ ਪਾਸੇ ਮਲਕ ਭਾਗੋ ਲੋਕਾਈ ਦਾ ਖੂਨ ਚੂਸਣ ਵਾਲਾ ਅਧਿਕਾਰੀ ਸੀ। ਸਾਡੇ ਲਈ ਉਪਦੇਸ਼ ਹੈ ਕਿ ਸਿੱਖ ਨੇ ਇਮਾਨਦਾਰੀ ਨਾਲ ਕਿਰਤ ਕਰਨੀ ਹੈ ਅਤੇ ਲੁੱਟ ਖਸੁੱਟ ਵਾਲਾ ਰਸਤਾ ਅਖਤਿਆਰ ਨਹੀਂ ਕਰਨਾ। ਜੇਕਰ ਕੋਈ ਵਿਅਕਤੀ ਕਿਸੇ ਨਾਲ ਧੱਕਾ ਨਹੀਂ ਕਰਦਾ, ਆਪਣੀ ਕਿਰਤ ਦੌਰਾਨ ਇਮਾਨਦਾਰੀ ਰੱਖਦਾ ਹੈ, ਇਹ ਸ਼ੁਭ ਕਰਮ ਹੈ। ਇਸ ਕਰਕੇ ਸਾਨੂੰ ਇਹ ਗੱਲ ਦ੍ਰਿੜ ਕਰਨੀ ਚਾਹੀਦੀ ਹੈ ਕਿ ਹਮੇਸ਼ਾ ਇਮਾਨਦਾਰੀ ਵਾਲਾ ਜੀਵਨ ਜੀਵੀਏ। ਇਸ ਤਰ੍ਹਾਂ ਮਨੁੱਖਾਂ ਦਾ ਮਾਸ ਨਹੀਂ ਖਾਣਾ ਤੇ ਨਾ ਹੀ ਕਿਸੇ ਦਾ ਹੱਕ ਖੋਹਣਾ। ਅਜਿਹਾ ਕਰਨਾ ਗੁਰਬਾਣੀ ਮੁਹਾਵਰੇ ਅਨੁਸਾਰ ਕਿਸੇ ਨਾਲ ਧੱਕਾ ਕਰਨਾ ਹੋਵੇਗਾ। ਮਾਸ ਖਾਣਾ ਇੱਕ ਬੇਲੋੜਾ ਵਿਸ਼ਾ। ਗੁਰਬਾਣੀ ਦਾ ਉਪਦੇਸ਼ ਹੈ ਕਿ ਅਸੀਂ ਚੰਗੇ ਇਨਸਾਨ ਬਣ ਕੇ ਜੀਵਨ ਜੀਵੀਏ ਅਤੇ ਬੇਲੋੜਾ ਇਸ ਝਗੜੇ ਵਿੱਚ ਨਾ ਪਈਏ ਕਿ ਮਾਸ ਖਾਣਾ ਚਾਹੀਦਾ ਹੈ ਕਿ ਨਹੀਂ ਖਾਣਾ ਚਾਹੀਦਾ। ਗੁਰੂ ਸਾਹਿਬ ਆਖਦੇ ਹਨ, ਮਾਸ ਮਾਸ ਕਰ ਮੂਰਖ ਝਗੜੇ, ਗਿਆਨ ਧਿਆਨ ਨਹੀਂ ਜਾਣੇ, ਕੌਣ ਮਾਸ ਕੌਣ ਸਾਗ ਕਹਾਵੈ, ਕਿਸ ਮੈਂ ਪਾਪ ਸਮਾਣੇ। ਪੰਨਾ ਨੰਬਰ 1299 ਸ੍ਰੀ ਗੁਰੂ ਗ੍ਰੰਥ ਸਾਹਿਬ। ਇਹ ਦਾਰਸ਼ਨਿਕ ਵਿਚਾਰ ਹੈ। ਮੂਰਖ ਲੋਕ ਹੀ ਬੇਲੋੜਾ ਝਗੜਾ ਕਰਦੇ ਹਨ ਕਿ ਕੀ ਮਾਸ ਖਾਣਾ ਚਾਹੀਦਾ ਹੈ ਕਿ ਨਹੀਂ। ਕਿਸ ਨੂੰ ਪਤਾ ਹੈ ਕਿ ਸਾਗ ਖਾਣਾ ਕੀ ਹੈ ਅਤੇ ਮਾਸ ਖਾਣਾ ਕੀ ਹੈ? ਕੀ ਮਾਸ ਖਾਣ ਵਿੱਚ ਪਾਪ ਹੈ ਜਾਂ ਸਾਗ ਖਾਣ ਵਿੱਚ? ਵਿਗਿਆਨੀਆਂ ਅਨੁਸਾਰ ਦੁੱਧ ਗਊ ਦੇ ਖੂਨ ਦਾ ਬਦਲਿਆ ਰੂਪ ਹੈ, ਪਰ ਸ਼ਾਕਾਹਾਰੀ ਦੁੱਧ ਪੀ ਕੇ ਸੰਤੁਸ਼ਟ ਹੁੰਦੇ ਹਨ, ਪਰ ਅਜੋਕੇ ਸਮੇਂ ਇਸ ਨੂੰ ਤਰਲ ਜਾਂ ਚਿੱਟਾ ਮਾਸ ਮੰਨਿਆ ਜਾਂਦਾ ਹੈ। ਮੋਹ ਜਾਂ ਰਸਾਂ ਤੋਂ ਦੂਰ ਰਹਿਣਾ। ਗੁਰਬਾਣੀ ਦਾ ਉਪਦੇਸ਼ ਹੈ ਕਿ ਰਸਾਂ ਕਸਾਂ ਦੇ ਵੱਸ ਨਹੀਂ ਪੈਣਾ। ਇਸ ਬਾਰੇ ਗੁਰਬਾਣੀ ਵਿਸਥਾਰ ਵਿੱਚ ਦੱਸਦੀ ਹੈ ਕਿ ਮੋਹ, ਲੋਭ, ਲਾਲਚ ਅਤੇ ਰਸ ਸਿਰਫ ਮਾਸ ਤੱਕ ਸੀਮਤ ਨਹੀਂ। ਜੀਵਨ ਅੰਦਰ ਬਹੁਤ ਅਜਿਹੀਆਂ ਵਸਤੂਆਂ ਹਨ ਜਿਨ੍ਹਾਂ ਨਾਲ ਜ਼ਿਆਦਾ ਲਗਾਓ ਠੀਕ ਨਹੀਂ। ਲੱਭ ਕੁੱਤਾ, ਕੂੜ ਚੂੜਾ, ਠੱਗ ਖਾਧਾ ਮੁਰਦਾਰ, ਪਰ ਨਿੰਦਾ,
ਪਰ ਮਲ ਮੁਖ ਸੁਧੀ ਅਗਨ ਕਰੋਧ ਚੰਡਾਲ ਰਸ ਕਸ ਆਪ ਸਲਾਹਣਾ ਇਹ ਕਰਮ ਮੇਰੇ ਕਰਤਾਰ ਬਾਬਾ ਬੋਲੀਏ ਪਤ ਹੋਏ ਊਤਮ ਸੇ ਦਾਰੂਤਮ ਕਹੀਐ ਨੀਚ ਕਰਮ ਬਹਿ ਰੋਇ ਰਹਾਓ ਰਸ ਸੋਇਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਵਾਸ ਰਸ ਘੋੜੇ ਰਸ ਸੇਜਾ ਮੰਦਰ ਰਸ ਮੀਠਾ ਰਸ ਮਾਸ ਏਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ। ਪੰਨਾ ਨੰਬਰ 15 ਸ੍ਰੀ ਗੁਰੂ ਗ੍ਰੰਥ ਸਾਹਿਬ। ਤਤਸਾਰ ਇਹ ਹੈ ਕਿ ਗੁਰਮੁਖ ਰੱਬੀ ਦਰਗਾਹ ਵਿੱਚ ਆਦਰ ਮਾਣ ਪਾਉਂਦੇ ਹਨ। ਜੋ ਮਾੜੇ ਕਰਮ ਕਰਦੇ ਹਨ ਉਹਨਾਂ ਨੂੰ ਪਛਤਾਵਾ ਹੁੰਦਾ ਹੈ। ਇਹ ਮਨੁੱਖ ਸ਼ੁਭ ਬੋਲੋ ਤੇ ਸ਼ੁਭ ਕਰਮ ਕਰੋ ਜਿਸ ਨਾਲ ਮਾਣ ਸਤਿਕਾਰ ਮਿਲਦਾ ਹੈ। ਪਹਿਲੇ ਬੰਦ ਵਿੱਚ ਗੁਰੂ ਸਾਹਿਬ ਨੇ ਉਹਨਾਂ ਰਸਾਂ ਕਸਾਂ ਅਤੇ ਨਿੰਦਾ, ਲਾਲਚ, ਠੱਗੀ ਅਤੇ ਕ੍ਰੋਧ ਬਾਰੇ ਦੱਸਿਆ ਹੈ ਅਤੇ ਸਮਾਜ ਅੰਦਰ ਇਹਨਾਂ ਕਰਕੇ ਲੋਕ ਦੁਖੀ ਹੁੰਦੇ ਹਨ। ਦੂਜੇ ਬੰਦ ਵਿੱਚ ਗੁਰੂ ਜੀ ਨੇ ਮਨੁੱਖ ਦੀਆਂ ਨਿਤਾ ਪ੍ਰਤੀ ਦੀਆਂ ਲੋੜਾਂ ਜਿਵੇਂ ਧਨ, ਇਸਤਰੀ, ਘੋੜੇ ਅਤੇ ਮਾਸ ਖਾਣੇ ਦਾ ਉਲੇਖ ਕੀਤਾ ਹੈ। ਇਹ ਵਸਤੂਆਂ ਵੀ ਰਸਕਸ ਬਣ ਜਾਂਦੀਆਂ ਹਨ ਜੇਕਰ ਇਹਨਾਂ ਨਾਲ ਵੱਧ ਲਗਾਓ ਕੀਤਾ ਜਾਵੇ। ਬੰਦ ਦੇ ਅਖੀਰ ਵਿੱਚ ਸਪਸ਼ਟ ਕਰਦੇ ਹਨ ਕਿ ਜੇਕਰ ਮਨੁੱਖ ਰਸਾਂ ਕਸਾਂ ਵਿੱਚ ਖਚਿਤ ਹੋ ਜਾਵੇ ਤਾਂ ਰੱਬੀ ਮਹਿਮਾ ਜਾਂ ਨਾਮ ਦਾ ਆਨੰਦ ਕਿਵੇਂ ਲੈ ਸਕਦਾ ਹੈ। ਗੁਰਬਾਣੀ ਦੇ ਸ਼ਬਦਾਂ ਦਾ ਵਿਸ਼ਾ ਵਸਤੂ ਹੈ ਕਿ ਰੱਬ ਮਨੁੱਖ ਨੂੰ ਜੀਵਨ ਦੀਆਂ ਸਭ ਲੋੜੀਂਦੀਆਂ ਵਸਤੂਆਂ ਪ੍ਰਦਾਨ ਕਰਦਾ ਹੈ, ਪਰ ਜੇਕਰ ਉਹ ਇਹਨਾਂ ਦੀ ਲੋੜ ਮੁਤਾਬਕ ਪ੍ਰਯੋਗ ਕਰਨ ਦੀ ਥਾਂ ਇਹਨਾਂ ਨਾਲ ਮੋਹ ਪਾ ਲਵੇ ਤਾਂ ਉਹ ਆਦੀ ਹੋ ਕੇ ਆਪਣੀ ਕਮਜ਼ੋਰੀ ਬਣਾ ਲੈਂਦਾ ਹੈ। ਕਿਸੇ ਵੀ ਚੀਜ਼ ਲਈ ਆਦੀ ਹੋ ਜਾਣਾ ਗਲਤ ਹੈ। ਅਸੀਂ ਸਮਝਦੇ ਹਾਂ ਕਿ ਸਿੱਖਾਂ ਨੂੰ ਇਮਾਨਦਾਰੀ ਨਾਲ ਧਨ ਕਮਾਉਣ ਦੀ ਕੋਈ ਮਨਾਹੀ ਨਹੀਂ, ਪਰ ਮੋਹ ਮਾਇਆ ਤੋਂ ਨਿਰਲੇਪ ਰਹਿਣਾ ਹੈ। ਜੋ ਵਿਅਕਤੀ ਮੋਹ ਮਾਇਆ ਨੂੰ ਸਮਰਪਿਤ ਹੋਵੇ ਉਹ ਰੱਬ ਨੂੰ ਸਮਰਪਿਤ ਨਹੀਂ ਹੋ ਸਕਦਾ। ਦੂਸਰਾ, ਮਾਇਆ ਨਾਲ ਮੋਹ ਪਾਉਣ ਦਾ ਨਤੀਜਾ ਇਹ ਹੁੰਦਾ ਹੈ ਕਿ ਅਜਿਹਾ ਵਿਅਕਤੀ ਬੇਈਮਾਨੀ ਦਾ ਰਸਤਾ ਅਖਤਿਆਰ ਕਰਕੇ ਵੀ ਧਨ ਕਮਾਉਣ ਤੋਂ ਸੰਕੋਚ ਨਹੀਂ ਕਰੇਗਾ। ਕੋਈ ਵੀ ਇਸ ਵਿਆਖਿਆ ਨਾਲ ਅਸਹਿਮਤ ਨਹੀਂ ਹੋਵੇਗਾ। ਸਮੁੱਚੇ ਗੁਰਬਾਣੀ ਸ਼ਬਦ ਦੀ ਵਿਆਖਿਆ ਉਸ ਦੇ ਭਾਵ ਅਰਥਾਂ ਅਨੁਸਾਰ ਕਰਨੀ ਚਾਹੀਦੀ ਹੈ। ਜ਼ਿੰਦਗੀ ਦੇ ਕੁਝ ਹੋਰ ਪਹਿਲੂ ਜਿਵੇਂ ਘੋੜਸਵਾਰੀ, ਵਿਆਹ ਕਰਵਾਉਣਾ, ਮਹਿਲਾਂ ਵਿੱਚ ਰਹਿਣਾ, ਸਵਾਦੀ ਭੋਜਨ ਖਾਣੇ ਆਦਿ ਦਾ ਜ਼ਿਕਰ ਵੀ ਇਸ ਗੁਰਬਾਣੀ ਸ਼ਬਦ ਵਿੱਚ ਕੀਤਾ ਗਿਆ ਹੈ। ਗੁਰਬਾਣੀ ਦੀਆਂ ਇਹਨਾਂ ਪੰਕਤੀਆਂ ਤੋਂ ਸਪਸ਼ਟ ਹੁੰਦਾ ਹੈ ਕਿ ਇਹਨਾਂ ਵਸਤੂਆਂ ਦੀ ਮਨਾਹੀ ਨਹੀਂ, ਪਰ ਇਹਨਾਂ ਦਾ ਆਦੀ ਹੋ ਜਾਣ ਦੀ ਮਨਾਹੀ ਹੈ। ਇਸ ਸ਼ਬਦ ਤੋਂ ਇਹ ਸਪਸ਼ਟ ਸਿੱਟਾ ਨਿਕਲਦਾ ਹੈ ਕਿ ਸਿੱਖਾਂ ਵਿੱਚ ਮਾਸ ਖਾਣ ਦੀ ਮਨਾਹੀ ਨਹੀਂ, ਪਰ ਇਸ ਲਈ ਜੀਭ ਦੇ ਰਸ ਕਾਰਨ ਲਾਲਸਾ ਦਾ ਆਦੀ ਹੋ ਜਾਣ 'ਤੇ ਪਾਬੰਦੀ ਹੈ। ਗੁਰਮਤਿ ਦੇ ਇਸ ਸੁਨੇਹੇ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਇਹ ਕਹਿ ਸਕਦੇ ਹਾਂ ਕਿ ਜੋ ਲੋਕ ਮਾਸ ਖਾਣ ਦੀ ਹਮੇਸ਼ਾ ਲਾਲਸਾ ਕਰਦੇ ਹਨ ਅਤੇ ਲਾਲਸਾ ਜਾਂ ਜੀਭ ਰਸ ਦੇ ਅਧੀਨ ਹੋ ਕੇ ਮਾਸ ਖਾਂਦੇ ਹਨ ਉਹ ਗਲਤ ਹੈ। ਹਾਂ, ਜੇਕਰ ਕੋਈ ਵਿਅਕਤੀ ਬਾਕੀ ਭੋਜਨ ਤੇ ਪਦਾਰਥਾਂ ਨੂੰ ਆਪਣੀ ਭੁੱਖ ਮਿਟਾਉਣ ਲਈ ਖਾਂਦਾ ਹੈ ਤਾਂ ਉਹ ਰਹਿਤ ਮਰਜ਼ਾਦਾ ਦੀ ਕੋਈ ਉਲੰਘਣਾ ਨਹੀਂ ਕਰਦਾ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਕਿਉਂ ਸਿੱਖ ਰਹਿਤ ਮਰਜ਼ਾਦਾ ਵਿੱਚ ਮਾਸ ਖਾਣ ਜਾਂ ਨਾ ਖਾਣ ਬਾਰੇ ਕੋਈ ਉਲੇਖ ਨਹੀਂ ਕੀਤਾ ਗਿਆ। ਮਾਸ ਨਾ ਖਾਣ ਬਾਰੇ ਸ਼ਬਦਾਂ ਅੰਦਰ ਸੰਦੇਸ਼। ਜੋ ਵਿਅਕਤੀ ਮਾਸ ਖਾਣ ਦੇ ਵਿਰੋਧੀ ਹਨ ਉਹ ਹੇਠ ਲਿਖੀਆਂ ਗੁਰਬਾਣੀ ਪੰਕਤੀਆਂ ਨੂੰ ਆਧਾਰ ਬਣਾ ਕੇ ਸਿੱਖ ਨੂੰ ਮਾਸ ਨਹੀਂ ਖਾਣਾ ਚਾਹੀਦਾ। ਕਬੀਰ ਭਾਂਗ ਮਾਛਲੀ ਸੁਰਾ ਪਾਨ ਜੋ ਜੋ ਪ੍ਰਾਣੀ ਖਾਹੇ ਤੀਰਥ ਬਰਤ ਨੇਮ ਕੀਏ ਤੇ ਸਭੇ ਰਸਾਤਲ ਜਾਹੇ। ਪੰਨਾ ਨੰਬਰ 1377 ਗੁਰੂ ਗ੍ਰੰਥ ਸਾਹਿਬ। ਭਗਤ ਕਬੀਰ ਜੀ ਆਖਦੇ ਹਨ ਕਿ ਉਹ ਲੋਕ ਜੋ ਭੰਗ, ਮੱਛੀ ਜਾਂ ਸ਼ਰਾਬ ਦਾ ਸੇਵਨ ਕਰਦੇ ਹਨ ਉਹ ਤੀਰਥ ਅਤੇ ਵਰਤ ਦੇ ਫਲ ਪ੍ਰਾਪਤ ਕਰਨ ਤੋਂ ਵਾਂਝੇ ਹੋ ਜਾਂਦੇ ਹਨ। ਕਈ ਲੋਕ ਤੀਰਥਾਂ 'ਤੇ ਜਾਣ ਜਾਂ ਵਰਤ ਰੱਖਣੇ ਆਦਿ ਨੂੰ ਧਰਮ ਦਾ ਅੰਗ ਮੰਨਦੇ ਹਨ, ਪਰ ਗੁਰਬਾਣੀ ਅੰਦਰ ਸਪਸ਼ਟ ਕੀਤਾ ਹੋਇਆ ਹੈ ਕਿ ਤੀਰਥਾਂ 'ਤੇ ਜਾਣਾ ਜਾਂ ਵਰਤ ਰੱਖਣ ਦਾ ਕੋਈ ਲਾਭ ਨਹੀਂ। ਵਰਤ ਨੇਮ ਸੰਜਮ ਮੈਂ ਰਹਿਤਾ ਤਿੰਨ ਕਾ ਆੜ ਨਾ ਪਾਇਆ ਆਗੇ ਚੱਲਣ ਔਰ ਹੈ ਭਾਈ ਊਹਾਂ ਕਾਮ ਨਾ ਆਇਆ। ਪੰਨਾ ਨੰਬਰ 216 ਗੁਰੂ ਗ੍ਰੰਥ ਸਾਹਿਬ। ਵਰਤ ਨੇਮ ਤੀਰਥ ਸਹਿਤ ਗੰਗਾ। ਪੰਨਾ ਨੰਬਰ 1305 ਗੁਰੂ ਗ੍ਰੰਥ ਸਾਹਿਬ। ਕੀ ਸਾਨੂੰ ਇਹ ਨਿਚੋੜ ਕੱਢਣਾ ਪਵੇਗਾ ਕਿ ਸ਼ਰਾਬ ਪੀਣ ਅਤੇ ਮੱਛੀ ਖਾਣ ਨਾਲ ਕੁਝ ਨਹੀਂ ਹੁੰਦਾ? ਅਜਿਹੀ ਵਿਆਖਿਆ ਗੁਰਮਤਿ ਦੇ ਸਿਧਾਂਤ ਨਾਲ ਮੇਲ ਨਹੀਂ ਖਾਂਦੀ। ਇਹਨਾਂ ਗੁਰਬਾਣੀ ਪੰਕਤੀਆਂ ਵਿੱਚ ਭਾਂਗ, ਮਾਛਲੀ, ਸੁਰਾਪਾਨ ਸ਼ਬਦਾਂ ਨੂੰ
ਕਹਾਵਤ ਜਾਂ ਮੁਹਾਵਰੇ ਦੇ ਤੌਰ ਤੇ ਪ੍ਰਯੋਗ ਕੀਤਾ ਗਿਆ ਹੈ। ਇਹਨਾਂ ਦਾ ਇਹ ਭਾਵ ਨਹੀਂ ਕਿ ਵਿਸ਼ੇਸ਼ ਤੌਰ ਤੇ ਇਹ ਤਿੰਨ ਵਸਤੂਆਂ ਹੀ ਸਮੁੱਚੇ ਵਿਕਾਰ ਹਨ। ਇਹਨਾਂ ਪੰਕਤੀਆਂ ਵਿੱਚ ਵਿਕਾਰੀ ਜੀਵਨ ਦਾ ਸੰਕੇਤ ਹੈ। ਜਦੋਂ ਲੋਕ ਇਹਨਾਂ ਚੀਜ਼ਾਂ ਤੋਂ ਪਰਹੇਜ਼ ਨਹੀਂ ਕਰ ਸਕਦੇ, ਅਜਿਹੇ ਸਮੇਂ ਅਜਿਹੇ ਲੋਕਾਂ ਨੂੰ ਸ਼ਰਾਬੀ ਕਬਾਬੀ ਆਖਿਆ ਜਾਂਦਾ ਹੈ। ਉਸ ਤਰ੍ਹਾਂ ਹੀ ਦੂਜੀ ਪੰਕਤੀ ਵਿੱਚ ਤੀਰਥ, ਨੇਮ ਤੇ ਵਰਤ ਦਾ ਅਰਥ ਸਿਰਫ ਇਹ ਤਿੰਨੇ ਕਰਮ ਨਹੀਂ ਹਨ, ਸਗੋਂ ਧਾਰਮਿਕ ਅਸਥਾਨਾਂ 'ਤੇ ਜਾਣਾ, ਰੋਜ਼ਾਨਾ ਦੇ ਕਰਮਕਾਂਡ, ਵਰਤ ਰੱਖਣੇ ਆਦਿ ਸਮੂਹ ਕਰਮ ਕਾਂਡਾਂ ਵੱਲ ਇਸ਼ਾਰਾ ਹੈ। ਇਸ ਗੁਰਬਾਣੀ ਦੇ ਪ੍ਰਮਾਣ ਦੇ ਅਸਲ ਭਾਵ ਅਰਥ ਇਹੀ ਹਨ ਕਿ ਧਾਰਮਿਕ ਕਰਮਕਾਂਡ ਜਾਂ ਹੋਰ ਧਾਰਮਿਕ ਰਹੋ ਰੀਤਾਂ ਕਰਨ ਨਾਲ ਕੋਈ ਲਾਭ ਨਹੀਂ। ਜੇਕਰ ਕੋਈ ਵਿਅਕਤੀ ਵਿਕਾਰੀ ਜੀਵਨ ਜੀ ਰਿਹਾ ਹੈ, ਗੁਰਮਤਿ ਦਾ ਉਪਦੇਸ਼ ਹੈ ਕਿ ਸਚਿਆਰ ਬਣਨ ਲਈ ਵਿਕਾਰਾਂ ਨੂੰ ਛੱਡਣਾ ਪਵੇਗਾ ਅਤੇ ਵਿਕਾਰੀ ਜੀਵਨ ਜਿਉਣ ਦੀ ਮਨਾਹੀ ਹੈ। ਇਹੀ ਗੁਰਬਾਣੀ ਪੰਕਤੀਆਂ ਅੰਦਰ ਦਰਸਾਇਆ ਗਿਆ ਹੈ ਅਤੇ ਇਸ ਵਿੱਚ ਮਾਸ ਖਾਣ ਦੇ ਹੱਕਾਂ ਵਿੱਚ ਜਾਂ ਵਿਰੋਧ ਵਿੱਚ ਕੋਈ ਗੱਲ ਨਹੀਂ ਕਹੀ ਗਈ। ਕੁੱਠਾ ਮਾਸ ਖਾਣ ਦੀ ਮਨਾਹੀ ਕਿਉਂ? ਕੁਝ ਲੋਕ ਸਮਝਦੇ ਹਨ ਕਿ ਕੁੱਠੇ ਮਾਸ ਨੂੰ ਖਾਣ ਦੀ ਮਨਾਹੀ ਇਸ ਕਰਕੇ ਹੈ ਕਿ ਕੁੱਠੇ ਮਾਸ ਨੂੰ ਤਿਆਰ ਕਰਨ ਸਮੇਂ ਜਾਨਵਰ ਨੂੰ ਕਾਫੀ ਤਕਲੀਫ ਹੁੰਦੀ ਹੈ। ਇਹ ਕਾਰਨ ਨਹੀਂ ਹੈ। ਅਸੀਂ ਜਾਣਦੇ ਹਾਂ ਕਿ ਕਿਸੇ ਵੀ ਪੰਛੀ ਜਾਂ ਜਾਨਵਰ ਨੂੰ ਭਾਵੇਂ ਗੋਲੀ ਨਾਲ ਮਾਰਿਆ ਜਾਵੇ, ਉਹ ਝਟਪਟ ਨਹੀਂ ਮਰਦਾ। ਉਹਨਾਂ ਨੂੰ ਵੀ ਤਕਲੀਫ ਹੁੰਦੀ ਹੈ ਜਿੰਨਾ ਚਿਰ ਤੱਕ ਉਹ ਆਖਰੀ ਸਵਾਸ ਨਹੀਂ ਲੈਂਦੇ। ਇਸ ਤਰ੍ਹਾਂ ਹੀ ਝਟਕਾ ਕਰਨ ਨਾਲ ਵੀ ਜਾਨਵਰ ਝਟਪਟ ਨਹੀਂ ਮਰਦਾ ਅਤੇ ਕੁਝ ਸਮੇਂ ਉਹਨਾਂ ਨੂੰ ਦੁੱਖ ਸਹਿਣਾ ਪੈਂਦਾ ਹੈ। ਕਈ ਵਾਰ ਸਿਰ ਕੱਟੇ ਜਾਨਵਰ ਤੁਰ ਵੀ ਪੈਂਦੇ ਹਨ। ਕੁੱਠਾ ਮੁਸਲਿਮ ਧਰਮ ਦੀ ਰਹੁ ਰੀਤੀ ਨਾਲ ਬਣਿਆ ਹਲਾਲ ਮਾਸ ਹੈ, ਜੋ ਸਿੱਖਾਂ ਲਈ ਖਾਣਾ ਵਰਜਿਤ ਹੈ, ਕਿਉਂਕਿ ਹਲਾਲ ਮਾਸ ਗੈਰ ਮੁਸਲਮਾਨਾਂ ਨੂੰ ਮੁਸਲਿਮ ਧਰਮ ਵਿੱਚ ਸ਼ਾਮਲ ਕਰਨ ਲਈ ਖਾਣ ਨੂੰ ਦਿੱਤਾ ਜਾਂਦਾ ਹੈ ਅਤੇ ਇਸਲਾਮਿਕ ਧਰਮ ਦੀ ਰਹੁ ਰੀਤ ਅਨੁਸਾਰ ਤਿਆਰ ਕੀਤਾ ਜਾਂਦਾ ਹੈ। ਤੱਤਸਾਰ ਆਖਰ ਵਿੱਚ ਪਾਠਕਾਂ ਦੀ ਜਾਣਕਾਰੀ ਲਈ ਦੱਸਦੇ ਹਾਂ ਕਿ ਮਾਸ ਖਾਣਾ ਜਾਂ ਨਾ ਖਾਣ ਦੀ ਧਾਰਮਿਕ ਪ੍ਰਵਾਨਗੀ ਸਾਰੇ ਮੁੱਖ ਧਰਮਾਂ ਅੰਦਰ ਮਿਲਦੀ ਹੈ। ਉਦਾਹਰਨ ਤੌਰ ਤੇ ਯਹੂਦੀ ਲੋਕਾਂ ਨੂੰ ਸਿਰਫ ਕੋਸ਼ਰ ਮਾਸ ਖਾਣ ਦੀ ਆਗਿਆ ਹੈ ਅਤੇ ਇਸਲਾਮ ਧਰਮ ਦੇ ਪੈਰੋਕਾਰ ਹਲਾਲ ਮਾਸ ਹੀ ਖਾ ਸਕਦੇ ਹਨ। ਹਿੰਦੂਆਂ ਅੰਦਰ ਦੇਵਤੇ ਨੂੰ ਬਲੀ ਕੀਤਾ ਹੋਇਆ ਮਾਸ ਖਾਣ ਦੀ ਪਰੰਪਰਾ ਸੀ। ਇਸ ਦੀ ਗਵਾਹੀ ਗੁਰੂ ਗ੍ਰੰਥ ਸਾਹਿਬ ਅੰਦਰ ਮਿਲਦੀ ਹੈ। ਕੁਝ ਧਰਮਾਂ ਅੰਦਰ ਵਿਸ਼ੇਸ਼ ਜਾਨਵਰਾਂ ਨੂੰ ਖਾਣ ਦੀ ਮਨਾਹੀ ਹੈ। ਜਿਵੇਂ ਯਹੂਦੀ ਤੇ ਮੁਸਲਮਾਨ ਸੂਰ ਦਾ ਮਾਸ ਨਹੀਂ ਖਾ ਸਕਦੇ। ਭਾਵੇਂ ਹਿੰਦੂ ਪਹਿਲਾਂ ਗਊ ਮਾਸ ਖਾਂਦੇ ਸਨ, ਪਰ ਹੁਣ ਉਹ ਗਊ ਮਾਸ ਦਾ ਸੇਵਨ ਨਹੀਂ ਕਰਦੇ। ਬਹੁਤ ਸਮਾਂ ਪਹਿਲਾਂ ਈਸਾਈ ਲੋਕ ਵੀ ਯਹੂਦੀਆਂ ਵਾਂਗ ਸੂਰ ਦਾ ਮਾਸ ਨਹੀਂ ਖਾਂਦੇ ਸਨ, ਪਰ ਹੁਣ ਉਹਨਾਂ ਵਿੱਚ ਖਾਣ ਪੀਣ ਪ੍ਰਤੀ ਕੋਈ ਵਹਿਮ ਭਰਮ ਨਹੀਂ ਹੈ। ਕੁਝ ਲੋਕ ਖਾਸ ਦਿਨਾਂ ਉੱਤੇ ਮਾਸ ਖਾਣ ਤੋਂ ਸੰਕੋਚ ਕਰਦੇ ਹਨ। ਜਿਵੇਂ ਹਿੰਦੂ ਲੋਕ ਮੰਗਲਵਾਰ ਵਾਲੇ ਦਿਨ ਮਾਸ ਨਹੀਂ ਖਾਂਦੇ। ਸਿੱਖ ਧਰਮ ਵਿਲੱਖਣ ਹੈ, ਜਿਸ ਵਿੱਚ ਮਾਸ ਖਾਣ ਸੰਬੰਧੀ ਕੋਈ ਬੰਦਸ਼ ਨਹੀਂ। ਜੇਕਰ ਆਪਣੀ ਭੁੱਖ ਮਿਟਾਉਣ ਲਈ ਮਾਸ ਨੂੰ ਬਤੌਰ ਆਹਾਰ ਖਾਣਾ ਹੈ, ਰਸਾਂ ਜਾਂ ਜੀਭ ਦੇ ਚਸਕੇ ਨੂੰ ਆਧਾਰ ਬਣਾ ਕੇ ਇਕੱਲੇ ਮਾਸ ਖਾਣ ਦੀ ਮਨਾਹੀ ਨਹੀਂ, ਸਗੋਂ ਇਸਤਰੀ ਧਨ ਐਸ਼ ਪ੍ਰਸਤੀ ਵਾਲੇ ਜੀਵਨ ਨੂੰ ਮਾਨਣ ਦੀ ਮਨਾਹੀ ਹੈ। ਇਸ ਰਚਨਾ ਦਾ ਮੁੱਖ ਉਦੇਸ਼ ਇਹੀ ਹੈ ਕਿ ਗੁਰਬਾਣੀ ਦੀ ਰੌਸ਼ਨੀ ਵਿੱਚ ਰਹਿਤ ਮਰਜ਼ਾਦਾ ਅੰਦਰ ਸਿਰਫ ਮੁਸਲਮਾਨੀ ਤਰੀਕੇ ਨਾਲ ਬਣੇ ਹਲਾਲ ਮਾਸ ਖਾਣ ਦੀ ਮਨਾਹੀ ਹੈ। ਮਾਸ ਖਾਣ ਜਾਂ ਨਾ ਖਾਣ ਬਾਰੇ ਕੋਈ ਉਲੇਖ ਨਹੀਂ ਕੀਤਾ ਹੋਇਆ। ਇਸ ਲੇਖ ਦਾ ਲਿਖਾਰੀ ਖੁਦ ਮਾਸ ਅੰਡੇ ਦਾ ਸੇਵਨ ਨਹੀਂ ਕਰਦਾ, ਪਰ ਉਸ ਸਮੇਂ ਮਨ ਦੁਖੀ ਹੁੰਦਾ ਹੈ ਜਦੋਂ ਕੁਝ ਪ੍ਰਚਾਰਕ ਗੁਰਬਾਣੀ ਦੀ ਗਲਤ ਵਿਆਖਿਆ ਕਰਦੇ ਆਖਦੇ ਹਨ ਕਿ ਮਾਸ ਖਾਣਾ ਬੱਜਰ ਕੁਰੈਤ ਹੈ। ਅਜਿਹੇ ਵਿਚਾਰਾਂ ਨਾਲ ਸਿੱਖਾਂ ਵਿੱਚ ਬੇਲੋੜਾ ਵਾਦ ਵਿਵਾਦ ਦੇ ਨਾਲ ਹੋਰ ਵੰਡੀਆਂ ਪੈ ਰਹੀਆਂ ਹਨ। ਹਾਲਾਂਕਿ ਲੋੜ ਹੈ ਕਿ ਪ੍ਰਚਾਰ ਜ਼ੋਰ ਸ਼ੋਰ ਨਾਲ ਗੁਰੂ ਨਾਨਕ ਸਾਹਿਬ ਦੇ ਮਹਾਨ ਪੈਗਾਮ ਹੱਕ ਪਰਾਇਆ ਨਾਨਕਾ, ਉਸ ਸੂਰ ਉਸ ਗਾਏ ਦਾ ਪ੍ਰਚਾਰ ਕਰਨਾ ਚਾਹੀਦਾ ਹੈ। ਭਾਵ ਸਮਾਜ ਅੰਦਰ ਲੋਕ ਹੱਕਾਂ ਦੀ ਰਾਖੀ ਕੀਤੀ ਜਾਵੇ ਅਤੇ ਲੁੱਟ ਖਸੁੱਟ ਦੇ ਵਿਰੁੱਧ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਜੇਕਰ ਸਿੱਖ ਇਮਾਨਦਾਰੀ ਵਾਲਾ ਜੀਵਨ ਜੀ ਰਿਹਾ ਹੈ ਅਤੇ ਕਿਸੇ ਦਾ ਪਰਾਇਆ ਧਨ ਨਹੀਂ ਖੋਹਦਾ, ਤਾਂ ਅਜਿਹੇ ਸਿੱਖ ਸਮਾਜ ਅੰਦਰ ਵੱਧ ਸਤਿਕਾਰਤ ਵਿਅਕਤੀ ਮੰਨੇ ਜਾਂਦੇ ਹਨ। ਇਸ ਕਰਕੇ ਸਮੂਹ ਪ੍ਰਚਾਰਕਾਂ ਨੂੰ ਇਹ ਉਪਦੇਸ਼ ਕਰਨਾ ਚਾਹੀਦਾ ਹੈ ਕਿ ਹੱਕ ਪਰਾਇਆ ਖੋਹਣਾ ਰਤ ਪੀਵੇਂ ਮਾਨਸਾਂ ਵਾਲਾ ਭਾਵ
ਮਨੁੱਖਾਂ ਦਾ ਖੂਨ ਚੂਸਣਾ ਹੈ। ਮਾਸ ਬਾਰੇ ਬੇਲੋੜੀ ਚਰਚਾ ਛੱਡ ਕੇ ਮਨੁੱਖਾਂ ਨੂੰ ਸਚਿਆਰ ਬਣਨ ਲਈ ਪ੍ਰੇਰਿਆ ਜਾਵੇ ਅਤੇ ਗੁਰੂ ਨਾਨਕ ਸਾਹਿਬ ਜੀ ਦੇ ਹੁਕਮ ਨੂੰ ਮੰਨੀਏ ਕਿ ਮਾਸ ਕਰ ਮੂਰਖ ਝਗੜੇ, ਭਾਵ ਮਾਸ ਖਾਣ ਜਾਂ ਨਾ ਖਾਣ ਦੇ ਵਿਵਾਦਾਂ ਵਿੱਚ ਸਮਾਂ ਨਾ ਗਵਾਈਏ। ਕਿਤਾਬ ਮਾਸ ਖਾਣ ਜਾਂ ਨਾ ਖਾਣ ਬਾਰੇ ਮਨੌਤਾਂ ਤੇ ਵਹਿਮ, ਲੇਖਕ ਡਾਕਟਰ ਪੂਰਨ ਸਿੰਘ ਕਨੇਡਾ ਵਾਲੇ, ਭਾਗ 11ਵਾਂ, ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।